धान की फसल के हवाले से अहम गुफ्तगू और बेहतर पैदावार के लिए खाद के दुरुस्त इस्तेमाल पर खुसूसी रहनुमाई। अस्सलाम वालेकुम जी ਜ਼ਿਮੀਂਦਾਰ ਭਰਾਓ, ਕੀ ਹਾਲ ਹੈ? ਠੀਕ ਹੋ? ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਤੁਹਾਡਾ ਸਜਾਦ ਗੁੱਜਰ ਜਦੋਂ ਵੀ ਆਉਂਦਾ ਹੈ ਕੋਈ ਨਾ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਹੀ ਆਉਂਦਾ ਹੈ, ਕੋਈ ਨਾ ਨਵਾਂ ਚਿਹਰਾ ਲੈ ਕੇ ਹੀ ਆਉਂਦਾ ਹੈ। ਅੱਜ ਸਾਡੇ ਨਾਲ ਨੇ ਅਵੈਸ ਸਾਹਿਬ ਜੋ ਮਾਹਿਰ ਹਜ਼ਰਾਤ ਨੇ। तो ਅੱਜ ਅਸੀਂ ਇਹਨਾਂ ਕੋਲੋਂ ਕੋਈ ਸਵਾਲ ਕਰਾਂਗੇ धान के मुतलक, मक्की के मुतलक, तो दूसरा अवारा कि की इस वक्त फील्ड च चल रहा है। धान में जी प्रॉब्लम आदियाँ पई, मैं नहीं कि वीडियो या किसी का अपने नॉलेज वास्ते ओहदे की है धान के मुतलक जो हुण पनीरी शिफ्ट करने तो बाद या 40 दिन बाद फार्मर नूं की करना चाहिए, की सोचना चाहिए, की ओहदा जिहदे च उहनूं फायदा होवे ओह करना चाहिए, की कुछ तक दसो। ये बड़ी लंबी गुफ्तगू जिधर मर्जी अगल है जी। मतलब असी तो देखो पता की गल है, मैं तो किसी भी जगह ते जिहड़ियां कन्वेंशनल खादां ने ना इन्हां दी सपोर्ट नहीं कर रहा। मैं तो इन्हों बट कर रहा। मैं सब तो जिथे भी सिटिंग होंगी सब तो पहले होंगी है भी हुण DAP वेखो 20,000 की हो जानी। एक गल है एक एडनी लगी पिछे क्यों नहीं, अगर 10,000 दे विच तुहानूं MAP मिलती है और 25 गई और तुहाडा काम जिहड़ा है DAP तो बेहतर हुंदा है। मैं तो इन्हां खादां दे उत्ते ही जोर ते सारा कुछ करना इस चीज़ दे। मैं तो यही रिकमेंड कर रहा। फिर MAP 1261 जिहड़ी उहदे बारे च कहीदा, UP के बारे में कही। फिर मेरे रिकमेंडेशन है कि लोग अमूमन एक पैकेट पाते हैं धान के उत्ते जिंक का। मैं कहना भी 2 पाओ, कम अज कम 1 एकड़ वास्ते 6 किलो जिंक मस्ट हैगी है। अगर तुसी अपनी मर्जी का रिजल्ट लैना, अच्छा रिजल्ट लैना चाहते फिर थोड़ा जिहा हौसला करके 6 किलो पैकेट जिंक जी है वो एकड़ इस्तेमाल करो। ਉਹਦੇ ਨਾਲ ਤੁਹਾਨੂੰ ਤੁਹਾਡੀ ਮਰਜ਼ੀ ਦੇ ਮੁਤਾਬਕ ਅੱਛੇ ਰਿਜ਼ਲਟ ਮਿਲਣਗੇ। ਇਹ ਚੀਜ਼ਾਂ ਹੁਣ ਫਰਜ਼ ਕਰੋ ਜ਼ਿਆਦਾਤਰ ਏਰੀਏ ਵਿੱਚ ਤੇ ਇਸ ਵਕਤ ਰਾਈਸੀ ਚੱਲਦੀ ਪਈ ਜ਼ਿਆਦਾਤਰ। ਬਿਲਕੁਲ ਦੀਪਾਲਪੁਰ ਵਾਲੀ ਸਾਈਡ ਤੇ, ਵਿਹਾੜੀ ਵਾਲੀ ਸਾਈਡ ਤੇ ਮੱਕੀ ਦਾ ਇਸ ਵਕਤ ਜ਼ੋਰ ਹੈ। ਬਿਲਕੁਲ ਤੇ ਮੱਕੀ ਵਿੱਚ ਹੀ ਦੱਸ ਛੜੋ, ਮੱਕੀ ਵਿੱਚ ਉਹਨਾਂ ਨੂੰ ਪੈਦਾਵਾਰ ਵਧਾਉਣੇ ਵਾਸਤੇ ਅਸੀਂ 2 ਚੀਜ਼ਾਂ ਤੇ ਫੋਕਸ ਕਰਨੇ ਪਏ। ਇੱਕ ਚੀਜ਼ ਸਭ ਨਾਲ ਪਹਿਲਾਂ ਕਿ ਜਿਹਦੇ 'ਚ ਫਾਰਮਰ ਨੂੰ ਫਾਇਦਾ ਆਵੇ। ਬਿਲਕੁਲ। ਦੂਜਾ ਕਿ ਉਹਦੀ ਜਿਹੜੀ ਫਸਲ ਹੈ ਉਹਦੀ ਪੈਦਾਵਾਰ ਵੀ ਜ਼ਿਆਦਾ ਬਈ ਉਹਦੇ ਘੱਟ ਖਰਚੇ ਵਿੱਚ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਫਾਰਮਰ ਇਸ ਵਕਤ ਨਾ ਪੀਸਿਆ ਪਿਆ। ਉਹ ਆਪਣੇ ਫਰਟੀਲਾਈਜ਼ਰ ਪਾਉਂਦਾ ਪਿਆ ਜਿਹੜੀਆਂ ਮਹਿੰਗੀਆਂ ਲੈ ਕੇ ਪਾਉਂਦਾ ਪਿਆ, ਲੇਕਿਨ ਗੌਰਮੈਂਟ ਦੀ ਤਰਫੋਂ ਉਹ ਫਸਲ ਦਾ ਰੇਟ ਨਹੀਂ ਨਿਕਲਦਾ। ਤੇ ਅਸੀਂ ਬਜਾਏ ਕਿ ਉਧਰੋਂ ਤੇ ਹੈਲਪ ਨਹੀਂ ਕਰ ਸਕਦੇ, ਗੌਰਮੈਂਟ ਦੀ ਤਰਫੋਂ ਰੇਟ ਤੇ ਨਹੀਂ ਵਧਾ ਸਕਦੇ, ਲੇਕਿਨ ਅਸੀਂ ਇਹ ਤੇ ਹੈਲਪ ਕਰ ਸਕਨੇ ਹਾਂ ਉਹਨਾਂ ਦੀ ਕਿ ਅਸੀਂ ਯਾਰ ਤੁਸੀਂ ਐਨੀ ਖਾਦ ਪਾ ਲਓ, ਇਹ ਚੀਜ਼ ਪਾ ਲਓ ਤੇ ਪੈਦਾਵਾਰ ਵੱਧ ਜਾਏਗੀ। ਤੇ ਮੱਕੀ ਦੇ ਬਾਰੇ 'ਚ ਤੁਸੀਂ ਕੀ ਦੱਸਦੇ? ਮੱਕੀ ਦੇ ਬਾਰੇ ਵਿੱਚ ਦੇਖੋ ਅਸੀਂ ਤੇ ਸਾਡੀ ਰਿਕਮੈਂਡੇਸ਼ਨ ਇਹੀ ਹੈਗੀ ਹੈ ਕਿ ਸਾਡੇ ਕੋਲ ਜਿਹੜਾ ਗ੍ਰੈਨੂਲਰ ਸਾਡੀ MAP ਹੈ 1144 1144 ਜਿਹੜੀ ਹੈ, ਮਤਲਬ ਹੈ 1144 ਠੀਕ ਹੈ। ਇਹ ਚੀਜ਼ ਜਿਹੜੀ ਹੈਗੀ ਹੈ ਇਹਨੂੰ ਬਜਾਏ ਦੇ ਟਾਈਮ ਥੱਲੇ ਵਿਦ ਆਰਗੈਨਿਕ ਮੈਟਰ ਜਿਹੜਾ ਹੈ, ਆਰਗੈਨਿਕ ਮੈਟਰ ਹੈ, ਹਾਂ ਆਰਗੈਨਿਕ ਮੈਟਰ ਇਹਦੇ ਨਾਲ ਮਿਕਸ ਕਰਕੇ ਥੱਲੇ ਬਜਾਏ ਦੇ ਟਾਈਮ ਪਾਇਆ ਜਾਏ। ਫਿਰ ਕੋਈ 10 ਤੋਂ 15 ਦਿਨ ਬਾਅਦ ਜਿਹੜਾ 5 ਕਿਲੋ ਦਾ ਪੈਕਟ ਸਾਡਾ ਜਾਂ 10 ਕਿਲੋ MAP 1261 ਯੂਰੀਆ ਦੇ ਨਾਲ ਮਿਕਸ ਕਰਕੇ ਪਾਈ ਜਾਵੇ। ਬਿਲਕੁਲ। ਫਿਰ ਦਰਮਿਆਨ ਦੇ ਵਿੱਚ ਕੋਈ ਗੈਪ ਜੋ ਵੀ ਰੂਟੀਨ 'ਚ ਤੁਸੀਂ ਨਾਈਟ੍ਰੋਜਨ ਵਾਲੀਆਂ ਖਾਦਾਂ ਨੂੰ ਦੇਣੀਆਂ ਨੇ ਉਹ ਦਿਓ। ਉਹਦੇ ਵਾਸਤੇ ਵੀ ਅਸੀਂ ਤੁਹਾਨੂੰ ਇਹ ਰਿਕਮੈਂਡੇਸ਼ਨ ਕਰਾਂਗੇ ਕਿ ਅਗਰ ਤੁਸੀਂ ਯੂਰੀਆ ਫਾਸਫੇਟ ਯੂਜ਼ ਕਰ ਸਕਦੇ ਹੋ, ਕਿਉਂਕਿ 1744 ਜਿਹੜਾ ਪਾਊਡਰ ਦੀ ਸ਼ਕਲ ਵਿੱਚ ਹੈਗਾ, ਉਹ ਅਗਰ ਇੱਕ ਬੈਗ ਯੂਜ਼ ਕਰ ਲਓ, ਦਰਮਿਆਨ 'ਚੋਂ ਦਾਣੇਦਾਰ ਯੂਰੀਆ ਮਿਸ ਕਰ ਦਿਓ ਤੇ ਇਹਦੇ ਰਿਜ਼ਲਟਸ ਉਹਦੇ ਨਾਲ ਵੀ ਤੁਹਾਨੂੰ ਅੱਛੇ ਮਿਲਣਗੇ। ਫਿਰ 35 ਦਿਨ ਤੋਂ ਬਾਅਦ ਅਸੀਂ ਫਿਰ ਤੁਹਾਨੂੰ ਕਹਾਂਗੇ ਕਿ 5 ਤੋਂ 10 ਕਿਲੋ ਜਿਹੜੀ MAP 1261 ਐਂਡ ਤੇ ਜਾਣਗੇ ਉਹਨੂੰ ਵੀ ਯੂਰੀਆ ਦੇ ਨਾਲ ਮਿਕਸ ਕਰਕੇ ਫਲੱਡ ਛੱਟਾ ਕਰੋ। ਉਸ ਦੌਰਾਨ ਇਹਦੇ ਵਿੱਚ ਫਿਰ ਮਜ਼ੀਦ ਟੌਨਿਕ ਦੇ ਤੌਰ 'ਤੇ ਤੁਸੀਂ NPK ਦਾ ਸਪਰੇਅ ਕਰ ਸਕਦੇ ਹੈਗੇ ਜੇ। ਉਸ ਤੋਂ ਬਾਅਦ ਤੁਸੀਂ ਆਪਣਾ ਮਤਲਬ ਸਲਫਰ ਪਾ ਸਕਦੇ ਜੇ, ਅਮਾਈਨੋ ਐਸਿਡ ਪਾ ਸਕਦੇ ਹੈਗੇ ਜੇ। ਪਾਊਡਰ ਜਿਹੜਾ ਹੈਗਾ ਉਹਨਾਂ ਦੇ ਰਿਜ਼ਲਟਸ ਜਿਹੜੇ ਨੇ ਬਹੁਤ ਅੱਛੇ ਤੇ ਬਿਹਤਰੀਨ। ਲੇਕਿਨ ਮੇਨ ਚੀਜ਼ ਇਹ ਕਿ ਜਿੰਨੀਆਂ ਵੀ ਕਨਵੈਂਸ਼ਨਲ ਖਾਦਾਂ ਨੇ ਨਾ ਉਹਨਾਂ ਤੋਂ ਹੁਣ ਟਾਈਮ ਆ ਗਿਆ ਕਿ ਜ਼ਿਮੀਂਦਾਰ ਨੂੰ ਉਹਨਾਂ ਤੋਂ ਹੁਣ ਪਿੱਛੇ ਹਟਣਾ ਪਏਗਾ।
ਕਨਵੈਨਸ਼ਨ ਤੋਂ ਮਤਲਬ ਹੈ ਡੀਏਪੀ ਵਗੈਰਾ ਹੋ ਗਿਆ, ਜੋ ਸ਼ੁਰੂ ਤੋਂ ਚੱਲ ਰਹੀ ਡੀਏਪੀ ਹੋ ਗਈ ਨਾ, ਜੋ ਪਿਛਲੇ 20 30 40 ਸਾਲਾਂ ਤੋਂ ਚੱਲ ਰਹੀ ਹੈ, 50 ਸਾਲ ਤੋਂ ਚੱਲ ਰਹੀ ਹੈ ਜਿਹੜੀ। ਇਹ ਇੱਕ ਤਾਂ ਉਹ ਚੀਜ਼ਾਂ ਰੇਟਸ ਵਾਈਜ਼ ਬਹੁਤ ਉੱਪਰ ਚਲੀਆਂ ਗਈਆਂ ਨੇ। ਸੈਕੰਡਲੀ ਜ਼ਮੀਨ ਕਿਉਂਕਿ ਆਪਣੀਆਂ ਜਿੰਨੀਆਂ ਵੀ ਹੈ ਨੇ ਇਹ ਹਾਈ ਪੀਐਚ ਲੈਵਲ ਵਾਲੀਆਂ ਨੇ, ਔਰ ਡੀਏਪੀ ਬਜ਼ਾਤੇ ਖੁਦ ਅਸਾਸੀ ਖਾਦ ਹੈ ਔਰ ਉਹਦਾ ਵੀ ਪੀਐਚ ਲੈਵਲ ਹਾਈ ਹੈਗਾ। ਉਹ ਮੁਸਤਕਿਲ ਤੌਰ 'ਤੇ ਇਸਤੇਮਾਲ ਹੋ ਕੇ ਜਿਵੇਂ ਜ਼ਮੀਨਾਂ ਨੂੰ ਬਾਂਝ ਨਹੀਂ ਕਰ ਦਿੱਤਾ ਜਾਂ ਕੋਈ ਚੀਜ਼ ਬਾਂਝ ਹੋ ਜਾਂਦੀ, ਇਸ ਟਾਈਮ ਜ਼ਮੀਨਾਂ ਦੀ ਪੋਜੀਸ਼ਨ ਇਹ ਹੋਈ ਹੈ ਕਿ ਉਹ ਬਾਂਝ ਹੋਈਆਂ ਨੇ। ਉਹਨਾਂ ਨੂੰ ਦੁਬਾਰਾ ਫਰਟਾਈਲ ਕਰਨ ਵਾਸਤੇ, ਅੱਛੇ ਰਿਜ਼ਲਟਸ ਲੈਣ ਵਾਸਤੇ ਉਹਦੇ ਵਿੱਚ ਲੋ ਪੀਐਚ ਲੈਵਲ ਵਾਲੀਆਂ ਤੇਜ਼ਾਬੀ ਖਾਦਾਂ ਇਸਤੇਮਾਲ ਕਰੋ, ਭਾਵੇਂ ਉਹ ਕੋਈ ਵੀ ਕਰੋ, ਸਾਡੇ ਕੋਲੋਂ ਨਹੀਂ ਲੈਣੀ ਨਾ ਲਓ, ਲੇਕਿਨ ਪਰਪਸ ਉਹੀ ਹੈ ਕਿ ਕੋਈ ਵੀ ਕਰੋ ਲੇਕਿਨ ਉਹ ਫਰਟੀਲਾਈਜ਼ਰ ਜਿਹੜੀ ਹੈ ਉਹ ਲੋ ਪੀਐਚ ਲੈਵਲ ਵਾਲੀ ਹੋਵੇ। ਸੈਕੰਡਲੀ ਤੇਜ਼ਾਬੀ ਖਾਦਾਂ ਦੇ ਵਿੱਚ ਇਹ ਹੈ MAP 1261, MAP 1144, ਉਸ ਤੋਂ ਬਾਅਦ ਯੂਰੀਆ ਫਾਸਫੇਟ 1040, ਉਸ ਤੋਂ ਬਾਅਦ ਯੂਰੀਆ ਫਾਸਫੇਟ 1744। ਇਹ ਸਾਰੀਆਂ ਤੇਜ਼ਾਬੀ ਨੋਈਏ ਦੀਆਂ ਖਾਦਾਂ ਨੇ ਜਿਹੜੀਆਂ ਸਾਡੀ ਜ਼ਮੀਨਾਂ ਵਾਸਤੇ ਬਹੁਤ ਅੱਛੀਆਂ ਨੇ। ਔਰ ਇਹਨਾਂ ਵੱਲ ਥੋੜ੍ਹਾ ਜਿਹਾ ਮੂਵ ਔਨ ਕਰਨ। ਚਲੋ ਮਤਲਬ ਅਗਰ ਕਿਸੇ ਜ਼ਿਮੀਂਦਾਰ ਕੋਲ 5 ਏਕੜ ਨੇ, 3 ਜਾਂ 4 ਏਕੜ 'ਚ ਆਪਣੀ ਮਰਜ਼ੀ ਦੀ ਉਹ ਫਰਟੀਲਾਈਜ਼ਰ ਯੂਜ਼ ਕਰ ਲੈ, 1 ਏਕੜ 'ਚ ਬਤੌਰ ਟਰਾਇਲ ਸਾਡੇ ਕਹਿਣ 'ਤੇ ਇਸਤੇਮਾਲ ਕਰ ਲਵੇ। ਔਰ ਅਗਰ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਵਾਜ਼ਿਹ ਆਉਂਦਾ ਉਹਦੀ ਯੀਲਡ ਦਾ, ਪ੍ਰੋਡਕਸ਼ਨ ਦਾ, ਤੇ ਰੇਟ ਵਾਈਜ਼ ਫਰਕ ਆ ਜਾਂਦਾ। ਮਸਲਨ ਹੁਣ DAP ਅਗਰ ਕੋਈ ਲੈਂਦਾ 20,000 ਰੁਪਏ ਦੀ, ਉਹਦੇ ਮੁਤਾਬਕ ਅਗਰ 25 kg ਵਿੱਚ MAP ਲੈਂਦਾ ਉਹ 10,000 ਰੁਪਏ ਦੀ ਮਿਲ ਜਾਏਗੀ। ਰੇਟ ਵਾਈਜ਼ ਹਾਫ ਫਰਕ ਆ ਗਿਆ, ਲੇਕਿਨ ਅਗਰ ਉਹ 25 ਕਿਲੋ ਵਾਲਾ ਬੈਗ ਹੀ ਉਹਦੇ ਮੁਤਾਬਕ ਉਹਦੇ ਬਰਾਬਰ ਕੰਮ ਕਰ ਜਾਂਦਾ ਹੈਗਾ, ਵਿੱਚ ਨਾਲ ਥੋੜਾ ਜਿਹਾ ਆਰਗੈਨਿਕ ਮੈਟਰ ਪਾਉਣ ਨਾਲ ਜਾਂ ਕੋਈ ਹੋਰ ਚੀਜ਼ ਪਾਉਣ ਨਾਲ, ਉਹ ਰਿਜ਼ਲਟਸ ਤੁਹਾਨੂੰ ਉਹਦੇ ਬਰਾਬਰ ਹੀ ਚਲੇ ਜਾਂਦੇ ਨੇ। ਮੇਰਾ ਖਿਆਲ ਹੈ ਫਿਰ ਪ੍ਰੈਫਰ ਕਰਨਾ ਚਾਹੀਦਾ। ਬਿਲਕੁਲ। ਲੇਕਿਨ ਨਾ ਇੱਕ ਹੋਰ ਬੜਾ ਇਸ਼ੂ ਆ ਰਿਹਾ, ਮੈਂ ਬੜੀਆਂ ਵੀਡੀਓਜ਼ ਤੇ ਬਣਾ ਵੀ ਚੁੱਕਿਆ। ਮੈਂ ਤੇ ਕਰਨਾ ਅਗਰ ਕੋ ਮੇਰੇ ਕਹਿਣੇ ਤੇ ਦੋ ਫਾਰਮਰ ਵੀ ਇਸ ਕੰਮ 'ਚ ਬਦਲ ਕੇ ਮੇਰੇ ਕਹਿਣੇ ਦੇ ਮੁਤਾਬਕ ਥੋੜ੍ਹੇ ਜਿਹੇ ਚੱਲ ਪਏ ਤੇ ਮੈਨੂੰ ਨਹੀਂ ਲੱਗਦਾ ਉਹਦੇ 'ਚ ਕੋਈ ਨੁਕਸਾਨ ਹੋਵੇਗਾ। ਉਹ ਗੱਲ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਕਿ ਜਿਹੜੀ ਮੈਂ ਗੱਲ ਕਰਨਾ ਕਿ ਇਨਵਾਇਸ 2 ਨੰਬਰੀ ਦੇ ਲਿਹਾਜ਼ ਨਾਲ ਕਹਿ ਰਿਹਾ, 2 ਨੰਬਰੀ ਤੋਂ ਜਾਨ ਛਡਾਣੇ ਵਾਸਤੇ ਫਾਰਮਰ ਦੀ, ਜਿਹੜਾ ਫਾਰਮਰ ਨੂੰ ਕਿ ਜਿਹੜੀ ਚੀਜ਼ ਬਾਹਰੋਂ ਹੈ ਹੀ 10,000 ਦੀ ਵੈਲਿਊ, ਇੰਪੋਰਟ ਦੀ ਕੀਮਤ ਹੀ 10,000 ਹੈ, ਉਹ ਅਗਰ ਕੋਈ ਬੰਦਾ ਉਹਨੂੰ 5,000 'ਚ ਦਿੰਦਾ ਪਿਆ ਤਾਂ ਉਹ ਬੜੇ ਖੁਸ਼ੀ ਨਾਲ ਲੈ ਲੈਂਦਾ। ਲੇਕਿਨ ਇਹ ਨਹੀਂ ਸੋਚਦਾ ਜਿਹੜਾ 5,000 ਉਹਨੂੰ ਮੈਂ ਦਿੱਤਾ ਨਾ ਉਹਦੇ ਨੇ ਮੇਰਾ 2 ਲੱਖ ਦਾ ਨੁਕਸਾਨ ਕਰ ਛੱਡਣਾ। ਉਹ 1 ਏਕੜ 'ਚ ਵੀ ਪਾਏ ਤੇ ਸਰ ਫਸਲ ਤੇ ਤਬਾਹ ਹੋ ਗਈ, 5,000 ਤਾਂ ਗਿਆ ਹੀ ਗਿਆ, ਨਾਲ ਫਸਲ ਵੀ ਤਬਾਹ ਹੋ ਗਈ। ਤੇ ਉਹਦੇ ਬਾਰੇ 'ਚ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਕੀ ਕਹਿਣਾ। ਇਹ ਗੱਲ ਤੁਹਾਡੀ ਬੜੀ ਵੈਲਿਡ ਹੈ ਔਰ ਆਪਣੀ ਜਗ੍ਹਾ ਤੇ ਇੱਕ ਬਹੁਤ ਪੁਆਇੰਟ ਰੱਖਦੀ। ਬਾਅਦ ਕਾ ਤੁਸੀਂ ਤਾਂ 5 ਤੋਂ 5,000 ਕਹੇ, ਮੈਂ ਐਸੇ ਮੇਰੇ ਐਕਸਪੀਰੀਅੰਸ ਹੈਗੇ ਨੇ, ਲੋਕ ਤਾਂ 250-300 ਰੁਪਏ ਦੀ ਖਾਤਰ ਜਿਹੜਾ ਹੈ ਨਾ ਉਹ ਦਸਤਬਰਦਾਰ ਹੋ ਜਾਂਦੇ, ਚੀਜ਼ ਤੋਂ ਪਿੱਛੇ ਹਟ ਜਾਂਦੇ। ਕੁਆਲਿਟੀ ਨੂੰ ਅਸ਼ੋਰ ਕਰਨਾ ਜਿਹੜਾ ਉਹ ਜ਼ਿੰਮੇਵਾਰੀ ਫਾਰਮਰ ਦੀ ਹੈ, ਮੇਰੀ ਹੈ ਤੁਹਾਡੀ ਜਿਹੜੀ ਹੈ ਨਾ ਉਹ ਨਹੀਂ ਹੈ। ਫਾਰਮਰ ਪੈਸੇ ਖਰਚ ਕਰ ਰਿਹਾ, ਉਹਨੂੰ ਇਸ ਚੀਜ਼ ਦੇ ਉੱਤੇ ਇੰਸ਼ੋਰੈਂਸ ਲੈਣੀ ਚਾਹੀਦੀ, ਆਪਣੀ ਹਰ ਤਰ੍ਹਾਂ ਦੀ ਤਸੱਲੀ ਲੈਣੀ ਚਾਹੀਦੀ ਹੈ ਕਿ ਇਹ ਜਿਹੜੀ ਚੀਜ਼ ਆਇਆ ਮੈਂ ਲੈ ਰਿਹਾ ਇਹ ਉਹ ਲੈਵਲ ਦੇ ਮੁਤਾਬਕ ਉਸ ਚੀਜ਼ ਦੇ ਬਰਾਬਰ ਵੀ ਹੈ ਕਿ ਨਹੀਂ। ਬਾਕੀ ਜ਼ਾਹਿਰ ਗੱਲ ਹੈ ਅਗਰ ਰੇਟਸ ਬਹੁਤ ਡਾਊਨ ਹੋਣਗੇ ਤੇ ਯਕੀਨਨ ਇਹਦੇ 'ਤੇ ਦੂਸਰੀ ਕੋਈ ਰਾਏ ਨਹੀਂ, ਉਹ ਚੀਜ਼ ਜਿਹੜੀ ਇਹ ਗਲਤ ਹੋਈ। ਤੇ ਮਤਲਬ ਉਹ ਕਹਿੰਦੇ ਨੇ ਠੱਗ ਦੀ ਰੋਜ਼ੀ ਪਹਿਲੇ ਸਮਾਨ ਵਾਲਾ ਹਿਸਾਬ, ਜਿੰਨਾ 2 ਨੰਬਰੀ ਕਰਨਾ ਉਹਨਾਂ ਨੂੰ ਫੌਰਨ ਹੀ ਕਰ ਲੈਣੀ। ਇਹ ਤੁਸੀਂ ਹੁਣ ਇਸ ਟਾਈਮ ਦੇਖੋ ਕਿ ਮਾਰਕੀਟ ਦੇ ਵਿੱਚ ਮੈਗਨੀਸ਼ੀਅਮ ਸ਼ਾਰਟ ਹੋਇਆ, ਲੇਕਿਨ 2 ਨੰਬਰ ਮੈਗਨੀਸ਼ੀਅਮ ਇੰਨਾ ਕੁ ਆ ਗਿਆ ਵੀ ਤੁਹਾਡੀ ਸੋਚ ਤੋਂ ਵੀ ਵੱਧ ਹੈ। ਵੇਖੋ ਸਹੀ ਕਿਹੜੇ ਦਾਣੇ ਕਿਹੜੇ ਰੰਗਾਂ 'ਚ ਆਉਂਦੇ ਪਏ। ਤੇ ਉਹ ਚੀਜ਼ 2 ਨੰਬਰ ਜੋ ਹੀ ਕੋਈ ਰੇਟ ਚੀਜ਼ ਉੱਪਰ ਜਾਂਦੀ ਹੈ ਨਾ ਜੀ ਤੇ ਉਹਦੀ 2 ਨੰਬਰੀ ਫੋੜਨੀ ਸ਼ੁਰੂ। ਲੇਕਿਨ ਇਹਦੇ ਵਾਸਤੇ ਇੰਸ਼ੋਰੈਂਸ ਜਿਹੜੀ ਹੈ ਉਹ ਜ਼ਿਮੀਂਦਾਰ ਨੂੰ, ਫਾਰਮਰ ਨੂੰ ਕਰਨੀ ਚਾਹੀਦੀ। ਔਰ ਜ਼ਾਹਿਰ ਗੱਲ ਹੈ ਇਹ ਗੱਲ ਵੀ ਵੈਲਿਡ ਹੈ, ਜਿਸ ਕੰਪਨੀ ਦੀ ਇਨਵਾਇਸ ਉਹਨੂੰ ਮਿਲੇਗੀ ਔਰ ਇਨਵਾਇਸ ਉਹਦੇ ਕੋਲ ਹੋਏਗੀ ਕੰਪਨੀ ਦੀ ਤੇ ਡੈਫੀਨੇਟਲੀ ਕੰਪਨੀ ਕੋਲ ਪ੍ਰੋਡਕਟ ਵੀ ਅੱਛੀ ਹੋਏਗੀ। ਇਹ ਤਾਂ ਨਹੀਂ ਹੈ ਬਾਕੀ ਜਿਹੜਾ ਐਵੇਂ ਬਗੈਰ ਇਨਵਾਇਸ ਤੋਂ ਕਰ ਦਿੰਦੇ ਹੈਗੇ ਨੇ ਉਹ ਫਿਰ ਡੰਕ ਬਹੁਤ ਪ੍ਰੋਗਰਾਮ ਹੁੰਦਾ। ਇੱਥੇ 2 ਨੰਬਰੀ ਸਰ ਜੀ 20,000 ਰੁਪਏ ਦਾ ਬੈਗ ਹੈ DAP ਦਾ ਸੋਨੇ ਦਾ, ਉਹ ਵੀ ਮਾਰਕੀਟ 'ਚ ਚੱਲਦੇ ਪਏ।
ਸੋਨੇ ਵਾਲੀ ਦੀ ਕੰਪਨੀ ਇੰਨੇ ਸੋਰਸਿਸ ਹੋਣ ਦੇ ਬਾਵਜੂਦ, ਇੰਨਾ ਸਭ ਕੁਝ ਕਰਨ ਦੇ ਬਾਵਜੂਦ ਇਸ 2 ਨੰਬਰੀ ਨੂੰ ਨਹੀਂ ਰੋਕ ਸਕੀ ਜਾਂ ਨਹੀਂ ਕਰ ਸਕੀ। ਤੇ ਇਹਦੇ ਵਿੱਚ ਇਹ ਐਸ਼ੋਰੈਂਸ ਜਿਹੜੀ ਹੈ ਇਹ 100% ਜ਼ਿੰਮੇਵਾਰੀ ਫਾਰਮਰ ਦੀ ਹੈਗੀ। ਵੈਸ ਭਾਈ ਮੈਂ ਹੁਣ ਤੇ ਨਹੀਂ ਦੱਸਦਾ, ਨੈਕਸਟ ਪ੍ਰੋਗਰਾਮ 'ਚ ਲਾਜ਼ਮ ਇੱਕ ਚੀਜ਼ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਮੇਰੇ ਇੱਕ ਦੋਸਤ ਤੇ ਮੈਂ ਇੱਕ ਅਸੀਂ ਪਲਾਨ ਬਣਾਉਂਦੇ ਪਏ ਹਾਂ, ਤੇ ਉਮੀਦ ਕਰਾਂਗੇ ਫਾਰਮਰ ਨੂੰ ਪਸੰਦ ਆਵੇਗਾ, ਤੁਹਾਨੂੰ ਵੀ ਪਸੰਦ ਆਵੇਗਾ। ਉਹ ਪਲਾਨ ਇਹੋ ਜਿਹਾ ਬਣਾਉਂਦੇ ਪਏ ਹਾਂ ਕਿ ਜਿਹਦੀ ਵਜ੍ਹਾ ਨਾਲ ਫਾਰਮਰ ਦਾ ਨੌਲੇਜ ਵਧੇ, ਫਾਰਮਰ ਨੂੰ ਕਿਤੇ ਜਾਣੇ ਦੀ ਜ਼ਰੂਰਤ ਨਾ ਪਵੇ, ਉਹਦੇ ਜ਼ਮੀਨ ਨੂੰ ਚੈੱਕ ਕਰਨੇ ਤੱਕ ਤੇ ਉਹਦੀ ਫਸਲ ਪੱਕਣੇ तक ਉਹਦੀ सेफ्टी है। असी कोई इंज का प्लान बनाने पर अवैस साहब की आपने बातें सुनी तो उन्होंने फर्टिलाइज़र के बारे में भी सारी बताई, जो जो फर्टिलाइज़र मक्की में धान में इस्तेमाल होती है उनका भी तारफ़ कराया, और किस टाइम पे होनी चाहिए वो भी उन्होंने तारफ़ कराया। तो मज़ीद आपको कोई इन्फॉर्मेशन, कोई भी सवाल पूछना हो तो आप कमेंट्स में पूछ सकते हैं, नंबर नीचे दिए हुए हैं। तो इसी तरह हम नए नए प्रोग्राम लेके आते जाएंगे। बस आपके प्यार का हमें हिस्सा बनना है। किसी तरीके से भी आपको ये लगे, हम पे भरोसा हो कि जो ये सजाद गुज्जर इस वक्त काम कर रहा है, प्लानिंग कर रहा है, वो सिर्फ़ और सिर्फ फार्मर के फ़ायदे के लिए कर रहा है। कभी भी मैंने अपने शो में ये शो नहीं कराया कि आप इससे प्रोडक्ट लें, उससे प्रोडक्ट लें। हमेशा एक चीज़ पे फोकस हुआ है, जहाँ भी लें अच्छा लें, इनवाइस के साथ लें, सैंपल करवा के लें। जज़ाकल्लाह। मज़ीद ज़रई मालूमात के लिए 5 स्टार फर्टिलाइज़र्स को सब्सक्राइब करें, वीडियो को लाइक, कमेंट और